ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਪਿਆਰੇ ਬੱਚਿਓ, ਪੜਾਂਗੇ ਅੱਜ ਤੁਹਾਡੀ ਪਾਠ ਪੁਸਤਕ ਦੇ ਪਾਠ 7 ਵਿੱਚ, ਜਿਸ ਦਾ ਨਾਮ ਹੈ ਰੂਥ ਦੀ ਕਹਾਣੀ। ਪਿਆਰੇ ਬੱਚਿਓ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਹੈ ਕਿ ਨਿਆਂ ਅਧਿਕਾਰੀਆਂ ਨੇ ਸਮੇਂ-ਸਮੇਂ ਦੇ ਵਿੱਚ ਇਸਰਾਏਲੀ ਲੋਕਾਂ ਦੀ ਅਗਵਾਈ ਕੀਤੀ। ਨਿਆਂ ਅਧਿਕਾਰੀਆਂ ਦੇ ਸਮੇਂ ਵਿੱਚ ਹੀ ਬੈਤਲਹਮ ਦੇ ਸ਼ਹਿਰ ਦਾ ਰਹਿਣ ਵਾਲਾ ਇੱਕ ਆਦਮੀ ਅਲੀਮਲਕ ਆਪਣੀ ਪਤਨੀ ਨੋਮੀ ਅਤੇ ਆਪਣੇ 2 ਪੁੱਤਰਾਂ ਨੂੰ ਲੈ ਕੇ ਮੁਆਬ ਦੀ ਸਰਜ਼ਮੀਨ ਤੇ ਗਿਆ। ਅਲੀਮਲਕ ਦੀ ਹਕੂਮਤ ਤੋਂ ਬਾਅਦ ਉਸ ਦੇ 2 ਪੁੱਤਰਾਂ ਨੇ 2 ਮੁਆਬੀ ਔਰਤਾਂ ਆਰਪਾ ਅਤੇ ਰੂਥ ਨਾਲ ਵਿਆਹ ਕਰ ਲਿਆ। ਦੋਵੇਂ ਮੁੰਡੇ ਵੀ ਮਰ ਗਏ ਤੇ ਨੋਮੀ 10 ਸਾਲ ਮੁਆਬ ਵਿੱਚ ਰਹਿਣ ਤੋਂ ਬਾਅਦ ਯਹੂਦਾ ਨੂੰ ਵਾਪਸ ਚਲੀ ਗਈ। ਆਰਪਾ ਆਪਣੇ ਦੇਸ਼ ਵਿੱਚ ਰਹਿ ਗਈ, ਪਰ ਰੂਥ ਨੋਮੀ ਦੇ ਨਾਲ ਰਹੀ। ਉਹ ਬੈਤਲਹਮ ਦੇ ਵਿੱਚ ਵਾਢੀ ਦੇ ਸਮੇਂ ਪਹੁੰਚੀਆਂ। ਰੂਥ ਸਿੱਟੇ ਚੁਗਣ ਚਲੀ ਗਈ ਤੇ ਜਿਸ ਖੇਤ ਵਿੱਚ ਉਹ ਸਿੱਟੇ ਚੁਗਦੀ ਸੀ, ਉਹ ਬੋਆਜ਼ ਨਾਂ ਦੇ ਇੱਕ ਬੜੇ ਅਮੀਰ ਆਦਮੀ ਦਾ ਖੇਤ ਸੀ, ਜੋ ਕਿ ਅਲੀਮਲਕ ਦਾ ਕਰੀਬੀ ਰਿਸ਼ਤੇਦਾਰ ਵੀ ਸੀ। ਬੋਆਜ਼ ਨੂੰ ਪਤਾ ਲੱਗਾ ਕਿ ਰੂਥ ਆਪਣੀ ਸੱਸ ਨੋਮੀ ਨਾਲ ਚੰਗਾ ਵਰਤਾਓ ਕਰਦੀ ਹੈ, ਇਸ ਲਈ ਉਹ ਵੀ ਰੂਥ ਨਾਲ ਚੰਗਾ ਸਲੂਕ ਕਰਦਾ ਸੀ। ਸਗੋਂ ਉਸ ਨੇ ਆਪਣੇ ਨੌਕਰਾਂ ਨੂੰ ਇਹ ਹਦਾਇਤ ਵੀ ਦਿੱਤੀ ਹੋਈ ਸੀ ਕਿ ਉਸ ਨਾਲੋਂ ਚੰਗਾ ਸਲੂਕ ਕਰਨ। ਯਹੂਦੀਆਂ ਦੇ ਕਾਨੂੰਨ ਦੇ ਅਨੁਸਾਰ ਜੇ ਕਿਸੇ ਔਰਤ ਦਾ ਪਤੀ ਬੇਔਲਾਦ ਮਰ ਜਾਂਦਾ ਸੀ, ਤਾਂ ਉਸ ਦਾ ਸਭ ਤੋਂ ਕਰੀਬੀ ਰਿਸ਼ਤੇਦਾਰ ਉਸ ਔਰਤ ਨਾਲ ਵਿਆਹ ਕਰ ਸਕਦਾ ਸੀ। ਬੋਆਜ਼ ਨਾਲੋਂ ਇੱਕ ਹੋਰ ਆਦਮੀ ਜ਼ਿਆਦਾ ਨੇੜੇ ਦਾ ਰਿਸ਼ਤੇਦਾਰ ਸੀ, ਪਰ ਬੋਆਜ਼ ਨੇ ਉਸ ਕੋਲੋਂ ਇਹ ਹੱਕ ਮੰਗ ਲਿਆ ਅਤੇ ਰੂਥ ਨਾਲ ਵਿਆਹ ਕਰ ਲਿਆ। ਉਹਨਾਂ ਦੇ ਇੱਕ ਪੁੱਤਰ ਪੈਦਾ ਹੋਇਆ, ਜਿਸ ਦਾ ਨਾਂ ਉਬੇਦ ਸੀ। ਉਬੇਦ ਯੱਸੀ ਦਾ ਬਾਪ ਸੀ ਅਤੇ ਯੱਸੀ ਦਾਊਦ ਦੀ ਕੁਲ ਵਿੱਚੋਂ ਸੀ। ਪਿਆਰੇ ਬੱਚੋ, ਰੂਥ ਜੋ ਕਿ ਇੱਕ ਨੇਕ ਔਰਤ ਸੀ, ਉਹ ਆਪਣੀ ਸੱਸ ਦੇ ਨਾਲ ਯਹੂਦਾ ਵਾਪਸ ਆ ਗਈ ਤੇ ਉਸ ਸਮੇਂ ਬੈਤਲਹਮ ਦੇ ਵਿੱਚ ਵਾਪਸ ਆਈ ਜਦੋਂ ਵਾਢੀ ਦਾ ਸਮਾਂ ਚੱਲ ਰਿਹਾ ਸੀ, ਤੇ ਉਹ ਸਿੱਟੇ ਚੁਗਣ ਦੇ ਲਈ ਖੇਤ ਵਿੱਚ ਦੂਜੀਆਂ ਔਰਤਾਂ ਦੇ ਨਾਲ ਚਲੀ ਗਈ। ਤੇ ਉਹ ਜਿਹੜਾ ਖੇਤ ਸੀ,
ਬੋਆਜ਼ ਨਾਮ ਦੇ ਆਦਮੀ ਦਾ ਸੀ ਜੋ ਕਿ ਬਹੁਤ ਹੀ ਅਮੀਰ ਸੀ ਤੇ ਉਹ ਅਲੀ ਮਲਕ ਦਾ ਕਰੀਬੀ ਰਿਸ਼ਤੇਦਾਰ ਵੀ ਸੀ। ਜਦ ਉਸ ਨੂੰ ਪਤਾ ਲੱਗਿਆ ਕਿ ਰੂਥ ਇੱਕ ਨੇਕ ਔਰਤ ਹੈ ਤੇ ਆਪਣੀ ਸੱਸ ਨਾਲ ਉਹ ਚੰਗਾ ਵਿਵਹਾਰ ਕਰਦੀ ਹੈ ਤਾਂ ਉਹ ਵੀ ਉਸ ਨਾਲ ਚੰਗਾ ਵਿਵਹਾਰ ਕਰਨ ਲੱਗਾ। ਅਸੀਂ ਦੇਖਿਆ ਹੈ ਕਿ ਯਹੂਦੀਆਂ ਦੇ ਕਾਨੂੰਨ ਦੇ ਵਿੱਚ ਇਹ ਸੀ ਕਿ ਜਦੋਂ ਕੋਈ ਆਦਮੀ ਬੇ ਔਲਾਦ ਮਰ ਜਾਂਦਾ ਸੀ ਤੇ ਉਹਦਾ ਜਿਹੜਾ ਕਰੀਬੀ ਰਿਸ਼ਤੇਦਾਰ ਹੈ ਉਹ ਉਸ ਦੀ ਔਰਤ ਨਾਲ ਵਿਆਹ ਕਰ ਸਕਦਾ ਸੀ। ਪਰ ਅਲੀ ਮਲਕ ਦਾ ਇੱਕ ਰਿਸ਼ਤੇਦਾਰ ਹੋਰ ਵੀ ਸੀ ਜੋ ਬੋਆਜ਼ ਨਾਲੋਂ ਜ਼ਿਆਦਾ ਉਸ ਦੇ ਕਰੀਬ ਸੀ ਤੇ ਬੋਆਜ਼ ਨੇ ਉਸ ਆਦਮੀ ਕੋਲੋਂ ਇਹ ਹੱਕ ਲੈ ਲਿਆ ਕਿ ਉਹ ਰੂਥ ਨਾਲ ਵਿਆਹ ਕਰ ਸਕੇ ਤੇ ਬੋਆਜ਼ ਨੇ ਰੂਥ ਨਾਲ ਵਿਆਹ ਕੀਤਾ। ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਉਬੇਦ ਸੀ ਤੇ ਉਬੇਦ ਜਿਹੜਾ ਸੀ ਜੱਸੀ ਦੇ ਦਾਊਦ ਦੀ ਕੁਲ ਵਿੱਚੋਂ ਸੀ। ਪਿਆਰੇ ਬੱਚਿਓ, ਦੇਖਦੇ ਇਸ ਪਾਠ ਦੇ ਪ੍ਰਸ਼ਨ ਉੱਤਰ। ਸਭ ਤੋਂ ਪਹਿਲਾ ਹੈ, ਨੋਮੀ ਕਿਸ ਦੀ ਪਤਨੀ ਸੀ ਅਤੇ ਕਿੱਥੋਂ ਦਾ ਰਹਿਣ ਵਾਲੀ ਸੀ? ਨੋਮੀ ਕਿਸ ਦੀ ਪਤਨੀ ਸੀ ਅਤੇ ਕਿੱਥੋਂ ਦੀ ਰਹਿਣ ਵਾਲੀ ਸੀ? ਉੱਤਰ ਹੈ ਨੋਮੀ ਅਲੀ ਮਲਕ ਦੀ ਪਤਨੀ ਸੀ ਅਤੇ ਬੈਤਲਹਮ ਦੇ ਰਹਿਣ ਵਾਲੀ ਸੀ। ਨੋਮੀ ਅਲੀ ਮਲਕ ਦੀ ਪਤਨੀ ਸੀ ਅਤੇ ਬੈਤਲਹਮ ਦੀ ਰਹਿਣ ਵਾਲੀ ਸੀ। ਅਗਲਾ ਪ੍ਰਸ਼ਨ, ਅਲੀ ਮਲਕ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲੈ ਕੇ ਕਿੱਥੇ ਗਿਆ? ਅਲੀ ਮਲਕ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲੈ ਕੇ ਕਿੱਥੇ ਗਿਆ? ਉੱਤਰ ਹੈ ਉਹ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲੈ ਕੇ ਮੁਆਬ ਦੀ ਸਰਜ਼ਮੀਨ ਤੇ ਗਿਆ। ਉਹ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਲੈ ਕੇ ਮੁਆਬ ਦੀ ਸਰਜ਼ਮੀਨ ਤੇ ਗਿਆ। ਅਗਲਾ ਪ੍ਰਸ਼ਨ, ਅਲੀ ਮਲਕ ਦੇ ਪੁੱਤਰਾਂ ਨੇ ਕਿਸ ਨਾਲ ਵਿਆਹ ਕੀਤਾ? ਅਲੀ ਮਲਕ ਦੇ ਪੁੱਤਰਾਂ ਨੇ ਕਿਸ ਨਾਲ ਵਿਆਹ ਕੀਤਾ ਹੈ? ਉੱਤਰ ਹੈ ਉਹਨਾਂ ਨੇ ਦੋ ਮੁਆਬੀ ਔਰਤਾਂ ਆਰਪਾ ਅਤੇ ਰੂਥ ਨਾਲ ਵਿਆਹ ਕੀਤਾ। ਉਹਨਾਂ ਨੇ ਦੋ ਮੁਆਬੀ ਔਰਤਾਂ ਆਰਪਾ ਅਤੇ ਰੂਥ ਨਾਲ ਵਿਆਹ ਕੀਤਾ। ਅਗਲਾ ਪ੍ਰਸ਼ਨ, ਨੋਮੀ ਕਦੋਂ ਯਹੂਦਾ ਵਾਪਸ ਚਲੀ ਗਈ? ਉੱਤਰ ਹੈ ਨੋਮੀ 10 ਸਾਲ ਮੁਆਬ ਵਿੱਚ ਰਹਿਣ ਤੋਂ ਬਾਅਦ ਯਹੂਦਾ ਨੂੰ ਵਾਪਸ ਚਲੀ ਗਈ। ਅਗਲਾ ਪ੍ਰਸ਼ਨ, ਨੋਮੀ ਨਾਲ ਕੌਣ ਰਿਹਾ? ਉੱਤਰ ਹੈ ਰੂਥ। ਉੱਤਰ ਹੈ ਰੂਥ। ਅਗਲਾ ਪ੍ਰਸ਼ਨ, ਉਹ ਬੈਤਲਹਮ ਵਿੱਚ ਕਦੋਂ ਪਹੁੰਚੀਆਂ? ਉੱਤਰ ਉਹ ਬੈਤਲਹਮ ਵਿੱਚ ਵਾਢੀ ਦੇ ਸਮੇਂ ਪਹੁੰਚੀਆਂ। ਉਹ ਬੈਤਲਹਮ ਵਿੱਚ ਵਾਢੀ ਦੇ ਸਮੇਂ ਪਹੁੰਚੀਆਂ। ਅਗਲਾ ਪ੍ਰਸ਼ਨ, ਜਿਸ ਖੇਤ ਵਿੱਚ ਰੂਥ ਸਿੱਟੇ ਚੁਗਦੀ ਸੀ ਉਹ ਕਿਸ ਦਾ ਸੀ? ਉੱਤਰ ਹੈ ਅਲੀ ਮਲਕ ਦੇ ਕਰੀਬੀ ਰਿਸ਼ਤੇਦਾਰ ਬੋਆਜ਼ ਦਾ। ਅਲੀ ਮਲਕ ਦੇ ਕਰੀਬੀ ਰਿਸ਼ਤੇਦਾਰ ਬੋਆਜ਼ ਦਾ। ਅਗਲਾ ਪ੍ਰਸ਼ਨ, ਯਹੂਦੀਆਂ ਦੇ ਕਾਨੂੰਨ ਦੁਆਰਾ ਕੀ ਰਿਵਾਜ ਸੀ? ਉੱਤਰ ਹੈ ਯਹੂਦੀਆਂ ਦੇ ਕਾਨੂੰਨ ਅਨੁਸਾਰ ਜੇ ਕਿਸੇ ਔਰਤ ਦਾ ਪਤੀ ਬੇ ਔਲਾਦ ਮਰ ਜਾਂਦਾ ਸੀ ਤਾਂ ਉਸ ਤੋਂ ਸਭ ਦਾ ਨੇੜੇ ਦਾ ਰਿਸ਼ਤੇਦਾਰ ਉਸ ਨਾਲ ਵਿਆਹ ਕਰ ਸਕਦਾ ਸੀ। ਯਹੂਦੀਆਂ ਦੇ ਕਾਨੂੰਨ ਅਨੁਸਾਰ ਜੇ ਕਿਸੇ ਔਰਤ ਦਾ ਪਤੀ ਬੇ ਔਲਾਦ ਮਰ ਜਾਂਦਾ ਸੀ ਤਾਂ ਉਸ ਦਾ ਸਭ ਤੋਂ ਨੇੜੇ ਦਾ ਰਿਸ਼ਤੇਦਾਰ ਉਸ ਨਾਲ ਵਿਆਹ ਕਰ ਸਕਦਾ ਸੀ। ਅਗਲਾ ਪ੍ਰਸ਼ਨ, ਰੂਥ ਦਾ ਵਿਆਹ ਕਿਸ ਨਾਲ ਹੋ ਗਿਆ? ਉਹਨਾਂ ਦੇ ਪੁੱਤਰ ਦਾ ਕੀ ਨਾਮ ਸੀ? ਉੱਤਰ ਹੈ ਰੂਥ ਦਾ ਵਿਆਹ ਬੋਆਜ਼ ਨਾਲ ਹੋ ਗਿਆ ਅਤੇ ਉਹਨਾਂ ਦੇ ਪੁੱਤਰ ਦਾ ਨਾਂ ਉਬੇਦ ਸੀ। ਰੂਥ ਦਾ ਵਿਆਹ ਬੋਆਜ਼ ਨਾਲ ਹੋ ਗਿਆ ਅਤੇ ਉਹਨਾਂ ਦੇ ਪੁੱਤਰ ਦਾ ਨਾਂ ਉਬੇਦ ਸੀ। ਅਗਲਾ ਪ੍ਰਸ਼ਨ, ਜੱਸੇ ਕਿਸ ਦੇ ਕੁਲ ਵਿੱਚੋਂ ਸੀ? ਜੱਸੇ ਕਿਸ ਦੇ ਕੁਲ ਵਿੱਚੋਂ ਸੀ? ਉੱਤਰ ਹੈ ਜੱਸੇ ਦਾਊਦ ਦੇ ਕੁਲ ਵਿੱਚੋਂ ਸੀ। ਜੱਸੇ ਦਾਊਦ ਦੇ ਕੁਲ ਵਿੱਚੋਂ ਸੀ। ਪਿਆਰੇ ਬੱਚੋ, ਇਹ ਸੀ ਰੂਥ ਦੀ ਕਹਾਣੀ। ਇਹਦੇ ਨਾਲ ਹੀ ਤੁਹਾਡਾ ਇਹ ਪਾਠ ਖਤਮ ਹੁੰਦਾ ਹੈ। ਜੈ ਯਸੂ ਦੀ।